Welcome, dear students. Class 10 plus 1, Section A, Chapter 5 The Earth is Not Ours by Kofi Annan. This is Daily Slide by Department of School Education, Punjab, India. Today, we have been given summary of the chapter. This chapter is an inaugural speech given by Kofi Annan, the then Secretary General of the UNO, at 55th session of General Assembly in 2000. In this speech, Kofi Annan says that we live in a world that is interconnected as never before, one in which groups and individuals interact more and more freely across borders. It is globalization. ਸੋ ਇਸ ਪਾਠ ਦੇ ਵਿੱਚ ਕੋਫੀ ਅਨਾਨ ਜੀ ਗੱਲ ਕਰਦੇ ਹਨ ਕਿ ਅੱਜ ਦਾ ਜਿਹੜੀ ਦੁਨੀਆ ਹੈ ਉਹ ਕਿਸ ਤਰੀਕੇ ਦੀ ਹੈ। UNO ਦੇ ਉਸ ਸਮੇਂ ਦੇ ਸੈਕਟਰੀ ਕੋਫੀ ਅਨਾਨ ਨੇ ਇਹ ਭਾਸ਼ਣ 55ਵੇਂ ਸੈਸ਼ਨ ਦੇ ਵਿੱਚ ਜਨਰਲ ਅਸੈਂਬਲੀ ਦੇ ਵਿੱਚ 2000 'ਚ ਦਿੱਤਾ ਸੀ। ਇਹ ਉਹਨਾਂ ਦਾ ਸਵਾਗਤੀ ਭਾਸ਼ਣ ਸੀ, ਉਹ ਉਦਘਾਟਨੀ ਭਾਸ਼ਣ ਸੀ। ਇਸ ਦੇ ਵਿੱਚ ਕੋਫੀ ਅਨਾਨ ਜੀ ਨੇ ਪੂਰੇ ਵਿਸ਼ਵ ਦੀ ਗੱਲ ਕੀਤੀ ਹੈ ਕਿ ਅੱਜ ਜਿਹੜਾ ਵਿਸ਼ਵ ਹੈ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਜੁੜ ਚੁੱਕਾ ਹੈ। ਹਰ ਕੋਈ ਹਰ ਕਿਸੇ ਨਾਲ ਜੁੜਿਆ ਹੋਇਆ ਹੈ। ਇਸ ਤਰ੍ਹਾਂ ਲੋਕ ਜ਼ਿਆਦਾ ਇੱਕ ਦੂਜੇ ਨਾਲ ਸੰਪਰਕ ਵਿੱਚ ਹਨ ਅਤੇ ਜਿਹੜੀਆਂ ਸਰਹੱਦਾਂ ਨੇ ਅਸੀਂ ਬਣਾਈਆਂ ਨੇ ਉਸ ਤੋਂ ਪਾਰ ਲੋਕ ਇੱਕ ਦੂਸਰੇ ਨਾਲ ਬੜੇ ਆਰਾਮ ਨਾਲ ਸੰਪਰਕ ਕਰਦੇ ਹਨ। ਇਸ ਨੂੰ ਅਸੀਂ ਗਲੋਬਲਾਈਜੇਸ਼ਨ ਮਤਲਬ ਵਿਸ਼ਵੀਕਰਨ ਕਹਿੰਦੇ ਹਾਂ। Globalization is a new trend. It has its dangers as well as benefits. The dangers of globalization are crime, narcotics, terrorism, disease, smuggling of weapons, etc. ਤਾਂ ਅੱਗੇ ਇਸ ਪਾਠ 'ਚ ਗੱਲ ਕੀਤੀ ਗਈ ਹੈ ਕਿ ਗਲੋਬਲਾਈਜੇਸ਼ਨ ਦੇ ਜਿੱਥੇ ਫਾਇਦੇ ਨੇ ਉੱਥੇ ਨੁਕਸਾਨ ਵੀ ਨੇ। ਨੁਕਸਾਨ ਕਿਸ ਤਰ੍ਹਾਂ ਦੇ ਨੇ ਕਿ ਗਲੋਬਲਾਈਜੇਸ਼ਨ ਨਾਲ ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ ਅਪਰਾਧੀ ਭੇਜੇ ਜਾ ਰਹੇ ਹਨ, ਅਪਰਾਧ ਵੱਧ ਰਿਹਾ ਹੈ, ਨਸ਼ੇ ਭੇਜੇ ਜਾ ਰਹੇ ਹਨ, ਸੋ ਨਸ਼ੇ ਦਾ ਵਪਾਰ ਹੋ ਰਿਹਾ ਹੈ। ਟੈਰਰਿਜ਼ਮ ਵੱਧ ਰਿਹਾ ਹੈ, ਯਾਨੀ ਕਿ ਆਤੰਕਵਾਦ ਵੱਧ ਰਿਹਾ ਹੈ, ਦੁਸ਼ਮਣ ਦੇਸ਼ ਦੇ ਵਿੱਚ ਆਤੰਕਵਾਦੀ ਭੇਜੇ ਜਾ ਰਹੇ ਹਨ। ਬਿਮਾਰੀਆਂ ਵੱਧ ਰਹੀਆਂ ਹਨ। ਤੁਸੀਂ ਦੇਖ ਹੀ ਰਹੇ ਹੋ ਕਿ ਕਰੋਨਾ ਕਿਵੇਂ ਪੂਰੇ ਵਿਸ਼ਵ 'ਚ ਫੈਲ ਗਈ। ਇਹ ਇਸੇ ਕਰਕੇ ਫੈਲੀ ਹੈ ਕਿ ਅਸੀਂ ਇੰਟਰਕਨੈਕਟਿਡ ਹਾਂ। ਜਾਂ ਫਿਰ ਹਥਿਆਰਾਂ ਦੀ ਜਿਹੜੀ ਹੈ ਉਹ ਸਮਗਲਿੰਗ ਬਹੁਤ ਹੁੰਦੀ ਹੈ। ਗੈਰ ਕਾਨੂੰਨੀ ਤੌਰ 'ਤੇ ਹਥਿਆਰ ਇੱਕ ਦੇਸ਼ ਤੋਂ ਦੂਸਰੇ ਦੇਸ਼ ਭੇਜੇ ਜਾਂਦੇ ਹਨ। The benefits of globalization are faster growth, higher living standards, and new opportunities. One problem is that at present these opportunities are far from being equally distributed. ਇਸ ਦੇ ਫਾਇਦਿਆਂ 'ਚ ਸ਼ਾਮਿਲ ਹੈ ਕਿ ਸਾਨੂੰ ਇੱਕ ਦੂਸਰੇ ਦੇ ਨਾਲ ਮਿਲ ਕੇ ਗਰੋਥ ਕਰਨ ਦਾ, ਅੱਗੇ ਵਧਣ ਦਾ ਮੌਕਾ ਮਿਲਦਾ ਹੈ ਅਤੇ ਵਾਧਾ ਤੇਜ਼ੀ ਨਾਲ ਹੁੰਦਾ ਹੈ। ਦੂਸਰਾ, ਸਾਡੇ ਰਹਿਣ ਸਹਿਣ ਦੇ ਜਿਹੜੇ ਸਟੈਂਡਰਡਸ ਨੇ, ਮਾਪਦੰਡ ਨੇ, ਉਹ ਵਧੀਆ ਬਣਦੇ ਹਨ, ਸਾਨੂੰ ਨਵੇਂ ਮੌਕੇ ਮਿਲਦੇ ਹਨ। ਤਾਂ ਇਹਨਾਂ ਸਾਰੇ ਹੀ ਮੌਕਿਆਂ ਨੂੰ ਅਸੀਂ ਬਰਾਬਰ ਸਾਰਿਆਂ ਤੱਕ ਪਹੁੰਚਦਾ ਕਰਨਾ ਹੈ, ਜੋ ਕਿ ਇੱਕ ਪ੍ਰੋਬਲਮ ਹੈ ਕਿ ਹਾਲੇ ਤੱਕ ਇਹ ਮੌਕੇ ਬਰਾਬਰ ਸਭ ਨੂੰ ਨਹੀਂ ਮਿਲ ਰਹੇ। ਕੋਫੀ ਅਨਾਨ groups global issues under 3 headings, each of which relates to a fundamental human freedom: freedom from want, freedom from fear, and freedom of future generations to sustain their life on this planet. ਤਾਂ ਕੋਫੀ ਅਨਾਨ ਜੀ ਨੇ ਸਾਡੇ ਵਿਸ਼ਵ ਦੇ ਕਾਫੀ ਸਾਰੇ ਮੁੱਦਿਆਂ ਨੂੰ 3 ਤਰੀਕਿਆਂ ਨਾਲ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਉਹ ਕਹਿੰਦੇ ਹਨ ਕਿ ਇਹਨਾਂ ਤਿੰਨਾਂ ਆਧਾਰ 'ਤੇ ਮਨੁੱਖ ਨੂੰ 3 ਤਰ੍ਹਾਂ ਦੀ ਆਜ਼ਾਦੀ ਚਾਹੀਦੀ ਹੈ। ਉਸ ਨੂੰ ਆਜ਼ਾਦੀ ਚਾਹੀਦੀ ਹੈ ਜ਼ਰੂਰਤਾਂ ਤੋਂ, ਤਾਂ ਕਿ ਉਸ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਰਹਿਣ ਅਤੇ ਉਹ ਆਜ਼ਾਦ ਮਹਿਸੂਸ ਕਰੇ। ਉਸ ਨੂੰ ਆਜ਼ਾਦੀ ਚਾਹੀਦੀ ਹੈ ਡਰ ਤੋਂ, ਜਦੋਂ ਵੀ ਉਹ ਕੁਝ ਕੰਮ ਕਰਨ ਲੱਗੇ, ਬੋਲਣ ਲੱਗੇ ਤਾਂ ਉਸ ਨੂੰ ਕਿਸੇ ਦਾ ਡਰ ਨਾ ਹੋਵੇ। ਔਰ ਤੀਸਰੀ ਆਜ਼ਾਦੀ ਮਨੁੱਖ ਨੂੰ ਚਾਹੀਦੀ ਹੈ ਕਿ ਉਹ ਧਰਤੀ ਨੂੰ ਇੰਨਾ ਵਧੀਆ ਅਤੇ ਸਾਫ਼ ਸੁਥਰਾ ਰੱਖੇ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਆਪ ਨੂੰ ਬਚਾਉਣ ਲਈ ਕੋਈ ਫਿਕਰ ਨਾ ਹੋਵੇ। First of all, Kofi Annan talks about freedom from want. He says that at present half of the human race is living in poverty. ਤਾਂ ਸਭ ਤੋਂ ਪਹਿਲੀ ਗੱਲ ਉਹ ਜ਼ਰੂਰਤ ਦੀ ਕਰਦੇ ਹਨ ਕਿ ਸਾਡੇ ਜੋ ਮਨੁੱਖੀ ਨਸਲ ਹੈ
ਉਸ ਦੇ ਵਿੱਚ ਅੱਧੇ ਲੋਕ ਨੇ ਜਿਹੜੇ ਘੱਟੋ ਘੱਟ ਗਰੀਬੀ ਰੇਖਾ ਤੋਂ ਥੱਲੇ ਨੇ। ਤਾਂ ਸਾਨੂੰ ਉਹਨਾਂ ਸਾਰਿਆਂ ਨੂੰ ਉੱਤੇ ਚੱਕਣ ਦੀ ਲੋੜ ਹੈ ਅਤੇ ਉਹਨਾਂ ਨੂੰ ਇਸ ਦੁੱਖ 'ਚੋਂ ਆਜ਼ਾਦੀ ਮਿਲਣੀ ਚਾਹੀਦੀ ਹੈ। We call human beings free and equal in dignity. When over a billion people are struggling to get even 2 meals a day, they have to live without safe drinking water and live in poor sanitary conditions. ਅਸੀਂ ਕਹਿੰਦੇ ਹਾਂ ਕਿ ਸਾਰੇ ਮਨੁੱਖ ਇੱਕੋ ਜਿਹੇ ਨੇ, ਸਭ ਦਾ ਮਾਨ ਸਨਮਾਨ ਇੱਕੋ ਜਿਹਾ, ਪਰ ਇਸ ਦੇਸ਼ ਦੇ ਵਿੱਚ ਅਜਿਹੇ ਬਿਲੀਅਨਸ, ਅਜਿਹੇ ਬਹੁਤ ਸਾਰੇ ਲੋਕ ਹਨ ਜੋ ਕਿ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਹਨ, ਜਿਨ੍ਹਾਂ ਨੂੰ 2 ਵਕਤ ਦਾ ਖਾਣਾ ਵੀ ਨਸੀਬ ਨਹੀਂ ਹੁੰਦਾ, ਸਾਫ਼ ਪਾਣੀ ਵੀ ਨਸੀਬ ਨਹੀਂ ਹੁੰਦਾ, ਸਾਫ਼ ਤਰੀਕੇ ਨਾਲ ਉਹਨਾਂ ਨੂੰ ਸੈਨੇਟਰੀ ਕੰਡੀਸ਼ਨਸ ਵੀ ਨਹੀਂ ਮਿਲਦੀਆਂ। ਤੁਹਾਨੂੰ ਵੀ ਪਤਾ ਹੈ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਲੋਕਾਂ ਕੋਲ ਟੋਇਲਟਸ ਵੀ ਨਹੀਂ ਸੀ, ਜੋ ਕਿ ਸਰਕਾਰ ਨੇ ਮਦਦ ਕਰਕੇ ਬਣਵਾਈਆਂ ਨੇ। ਸੈਕੰਡਲੀ ਹੀ ਟਾਕਸ ਅਬਾਊਟ ਫਰੀडम ਫਰੋਮ ਫੀਅਰ ਆਫ ਵਾਰਸ। ਦੂਸਰਾ, ਸਭ ਨੂੰ ਆਜ਼ਾਦੀ ਚਾਹੀਦੀ ਹੈ ਯੁੱਧ ਤੋਂ। ਜਿਵੇਂ ਕਿ ਤੁਹਾਨੂੰ ਪਤਾ ਹੈ, ਇੱਕ ਦੇਸ਼ ਦੂਸਰੇ ਦੇਸ਼ ਨਾਲ ਹਮੇਸ਼ਾ ਉਲਝਦਾ ਹੈ, ਯੁੱਧ ਹੁੰਦਾ ਹੈ ਜਿਸ 'ਚ ਕਿ ਦੋਵਾਂ ਦੇਸ਼ਾਂ ਦਾ ਹੀ ਨੁਕਸਾਨ ਹੁੰਦਾ, ਫਾਇਦਾ ਕਿਸੇ ਦਾ ਨਹੀਂ ਹੁੰਦਾ। ਪ੍ਰੀਵੀਅਸਲੀ ਵਾਰਸ ਵਰ ਬਿਟਵੀਨ ਸਟੇਟਸ। ਇਸ ਤੋਂ ਪਹਿਲਾਂ ਜਿਹੜੇ ਯੁੱਧ ਹੁੰਦੇ ਸੀ ਉਹ ਰਾਸ਼ਟਰਾਂ ਦੇ ਵਿੱਚ ਹੁੰਦੇ ਸੀ, ਸਟੇਟਸ ਦੇ ਵਿੱਚ ਹੁੰਦੇ ਸੀ। ਬਟ ਨਾਓ ਦੇਰ ਆਰ ਇੰਟਰਨਲ ਵਾਰਸ ਵਿਚ ਹੈਵ ਕਲੇਮਡ more than 5 million lives and many times that number are homeless. Most conflicts happen in poor countries because they are badly governed. ਤਾਂ ਅੱਜ ਕੱਲ੍ਹ ਜਿਹੜੀ ਯੁੱਧ ਹੈ 2 ਦੇਸ਼ਾਂ ਦੀ ਬਜਾਏ ਦੇਸ਼ ਦੇ ਅੰਦਰ ਹੀ ਅਲੱਗ-ਅਲੱਗ ਧੜੇ ਉਹਨਾਂ ਦਾ ਯੁੱਧ ਹੁੰਦਾ ਰਹਿੰਦਾ ਹੈ। ਵਾਮਪੰਥੀ ਮੋਰਚੇ ਸਰਕਾਰ ਦੇ ਖਿਲਾਫ ਲੜਦੇ ਰਹਿੰਦੇ ਹਨ ਔਰ ਇਸ ਤਰੀਕੇ ਨਾਲ ਇਸ ਤਰ੍ਹਾਂ ਦੀਆਂ ਯੁੱਧ ਵਰਗੀਆਂ ਸਥਿਤੀਆਂ ਜਦੋਂ ਕਿਸੇ ਦੇਸ਼ ਦੇ ਅੰਦਰ ਹੀ ਪੈਦਾ ਹੋ ਜਾਂਦੀਆਂ ਹਨ, ਇਸ ਰੌਲੇ ਰੱਪੇ ਨਾਲ ਹੋਰ ਵੀ ਜ਼ਿਆਦਾ ਨੁਕਸਾਨ ਹੁੰਦਾ ਹੈ। ਲਗਭਗ ਹੁਣ ਤੱਕ 5 ਮਿਲੀਅਨ ਲੋਕ ਆਪਣੀ ਜ਼ਿੰਦਗੀ ਇਹਨਾਂ ਚੱਕਰਾਂ ਦੇ ਵਿੱਚ ਗਵਾ ਚੁੱਕੇ ਹਨ ਔਰ ਇਸ ਰੌਲੇ ਰੱਪੇ ਦੇ ਨਾਲ ਹਮੇਸ਼ਾ ਇਹ ਗਰੀਬ ਦੇਸ਼ ਨੂੰ ਨੁਕਸਾਨ ਹੁੰਦਾ ਹੈ। ਜ਼ਿਆਦਾਤਰ ਇਹ ਰੌਲਾ ਗਰੀਬ ਦੇਸ਼ਾਂ 'ਚ ਹੀ ਪੈਂਦਾ ਹੈ ਜਿੱਥੇ ਕਿ ਮਾੜੀਆਂ ਸਰਕਾਰਾਂ ਹੁੰਦੀਆਂ ਹਨ। Moreover, we still live under the shadow of weapons of mass destruction. ਹਾਲੇ ਵੀ ਸਾਡੇ ਕੋਲ ਹਥਿਆਰਾਂ ਦਾ ਡਰ ਹੈ ਜਿਹੜਾ ਕਿ ਦੁਨੀਆ ਦੇ ਵਿੱਚ ਤਬਾਹੀ ਲਿਆ ਸਕਦਾ ਹੈ। The third fundamental freedom is the freedom of future generations to sustain their lives on this planet. He says, we are plundering our children's heritage to pay for our present unsustainable practices. ਤਾਂ ਤੀਸਰੀ ਆਜ਼ਾਦੀ ਚਾਹੀਦੀ ਹੈ ਕਿ ਸਾਨੂੰ ਭਵਿੱਖ ਦੇ ਕਿਸੇ ਵੀ ਨਸਲ ਦੇ ਖਤਮ ਹੋਣ ਦਾ ਡਰ ਨਾ ਰਹੇ, ਯਾਨੀ ਕਿ ਅਸੀਂ ਧਰਤੀ ਨੂੰ ਇੰਨਾ ਵਧੀਆ ਬਣਾ ਕੇ ਰੱਖੀਏ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਰੀ ਤਰ੍ਹਾਂ ਦੇ ਰਿਸੋਰਸਿਸ ਮਿਲਦੇ ਰਹਿਣ, ਪੂਰੀ ਦੀ ਪੂਰੀ ਵਿਰਾਸਤ ਸਾਡੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਪਹੁੰਚੇ। We must preserve our forests, fisheries and diversity of living species. These all are close to collapsing under the pressure of human consumption and destruction. ਤਾਂ ਸਾਨੂੰ ਆਪਣੇ ਜੰਗਲਾਂ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ। ਜਿੱਥੋਂ ਅਸੀਂ ਮੱਛੀਆਂ ਫੜਦੇ ਹਾਂ, ਜਿੱਥੇ ਜ਼ਿਆਦਾ ਮੱਛੀਆਂ ਮਿਲਦੀਆਂ ਹਨ, ਉਹਨਾਂ ਸਥਾਨਾਂ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਅਤੇ ਵੱਖੋ ਵੱਖਰੇ ਤਰ੍ਹਾਂ ਦੇ ਜਾਨਵਰ, ਪਸ਼ੂ, ਪੰਛੀ, ਸਾਰੀਆਂ ਹੀ ਜਿਉਂਦੀਆਂ ਸਪੀਸ਼ੀਜ਼ ਨੇ ਜਿਹੜੀਆਂ ਉਹ ਇਕੱਠੀਆਂ ਰਹਿੰਦੀਆਂ ਨੇ, ਉਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਸਭ ਕੁਝ ਹੁਣ ਮਨੁੱਖ ਦੇ ਜ਼ਰੂਰਤ ਤੋਂ ਜ਼ਿਆਦਾ ਵਰਤੇ ਜਾਣ ਕਰਕੇ ਤਬਾਹੀ ਦੀ ਕਗਾਰ 'ਤੇ ਆ ਚੁੱਕਾ ਹੈ। In short, we need a new ethic of stewardship. We need regulations and incentives to discourage pollution, overconsumption of non-renewable resources, and to encourage environment-friendly practices. ਤਾਂ ਲੇਖਕ ਅਨੁਸਾਰ ਸਾਨੂੰ ਨਵੀਂ ਤਰ੍ਹਾਂ ਦਾ ਜੀਵਨ ਯਾਪਨ ਕਰਨ ਦੀ ਜ਼ਰੂਰਤ ਹੈ ਜਿਸ 'ਚ ਨਵੇਂ ਸਾਨੂੰ ਆਪਣੇ ਲਈ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ। ਬਜਾਏ ਇਸ ਦੇ ਕਿ ਅਸੀਂ ਸਜ਼ਾ ਦਈਏ, ਸਾਨੂੰ ਇਨਸੈਂਟਿਵ ਮਤਲਬ ਰਿਵਾਰਡ ਮਤਲਬ ਇਨਾਮ ਦੇਣਾ ਚਾਹੀਦਾ ਹੈ। ਜਿਹੜੇ ਲੋਕ ਪੋਲਿਊਸ਼ਨ ਨੂੰ ਘਟਾਉਂਦੇ ਹਨ ਉਹਨਾਂ ਨੂੰ ਇਨਾਮ ਦੇਣੇ ਚਾਹੀਦੇ ਹਨ। ਪੋਲਿਊਸ਼ਨ ਮਤਲਬ ਪ੍ਰਦੂਸ਼ਣ ਨੂੰ ਘਟਾਉਣ ਵਾਲਿਆਂ ਨੂੰ ਇਨਾਮ ਦਿਓ। ਪ੍ਰਦੂਸ਼ਣ ਵਧਾਉਣ ਵਾਲਿਆਂ ਨੂੰ ਸਜ਼ਾ ਦੇਣ ਦੀ ਬਜਾਏ ਪ੍ਰਦੂਸ਼ਣ ਘਟਾਉਣ ਵਾਲਿਆਂ ਨੂੰ ਇਨਾਮ ਦਿਓ। ਜਿਹੜੇ ਲੋਕ ਸਾਧਨਾਂ ਦੀ ਵਰਤੋਂ ਘੱਟ ਕਰਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਨੂੰ ਵੀ ਇਨਾਮ ਦਿੱਤਾ ਜਾਣਾ ਚਾਹੀਦਾ ਹੈ।
ਖਾਸ ਕਰ ਅਜਿਹੇ ਸੋਮੇ ਜਿਹੜੇ ਕਿ ਨੋਨ ਰੀਨਿਊਏਬਲ ਹਨ, ਜਿਸ ਨੂੰ ਕਿ ਦੁਬਾਰਾ ਛੇਤੀ ਛੇਤੀ ਵਾਪਸ ਨਹੀਂ ਲਿਆਂਦਾ ਜਾ ਸਕਦਾ। ਐਂਡ ਲਾਸਟ ਇਜ਼ ਟੂ ਐਨਕਰੇਜ ਐਨਵਾਇਰਨਮੈਂਟ ਫਰੈਂਡਲੀ ਪ੍ਰੈਕਟਿਸਿਸ। ਉਹਨਾਂ ਸਾਰੇ ਲੋਕਾਂ ਨੂੰ ਇਨਾਮ ਦੇਣਾ ਚਾਹੀਦਾ ਹੈ ਜੋ ਕਿ ਅੱਜ ਕੱਲ੍ਹ ਦੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਸੰਭਾਲਣ ਦੇ ਵਿੱਚ ਯੋਗਦਾਨ ਦਿੰਦੇ ਹਨ। ਐਨ ਓਲਡ African wisdom says that the earth is not ours, it is a treasure we hold in trust for our descendants। ਤਾਂ ਇੱਕ ਪੁਰਾਣੀ ਅਫਰੀਕਾ ਦੀ ਕਹਾਵਤ ਹੈ ਕਿ ਧਰਤੀ ਸਾਡੀ ਨਹੀਂ ਹੈ, ਇਹ ਤਾਂ ਇੱਕ ਖਜ਼ਾਨਾ ਹੈ ਜੋ ਅਸੀਂ ਸਾਂਭ ਕੇ ਰੱਖਣਾ ਹੈ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ। ਡਿਸੈਂਡੈਂਟਸ ਮਤਲਬ ਆਉਣ ਵਾਲੀਆਂ ਨਸਲਾਂ। These problems and the tasks affect the daily lives of our people. Therefore, we have no right to destroy our children's heritage. We must preserve it with care, but we are just doing the opposite of it. ਤਾਂ ਇਹ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ, ਇਸ ਦਾ ਪ੍ਰਭਾਵ ਸਾਡੇ ਅੱਜ ਦੀ ਜ਼ਿੰਦਗੀ 'ਤੇ ਹੀ ਨਹੀਂ ਪਏਗਾ ਬਲਕਿ ਆਉਣ ਵਾਲੇ ਸਮੇਂ 'ਤੇ ਵੀ ਪਏਗਾ। ਅਤੇ ਅਸੀਂ ਆਪਣੇ ਬੱਚਿਆਂ ਨੂੰ ਜੋ ਵਿਰਾਸਤ ਵਿੱਚ ਦੇਣਾ ਸੀ ਉਸ ਨੂੰ ਬਰਬਾਦ ਕਰ ਰਹੇ ਹਾਂ। ਸਾਨੂੰ ਇਸ ਨੂੰ ਸੰਭਾਲਣਾ ਚਾਹੀਦਾ ਹੈ ਕਿਉਂਕਿ ਅਸੀਂ ਇਸ ਤੋਂ ਬਿਲਕੁਲ ਉਲਟ ਉਸ ਨੂੰ ਖਰਾਬ ਕਰ ਰਹੇ ਹਾਂ। In the end, Kofi Annan says that United Nations has a significant role to play to solve these problems. United Nations were founded in the name of we, the peoples. So we must listen to them. They are telling us that our past achievements are not enough. We must do more and do it better. ਇਸ ਲਈ ਕੋਫੀ ਅਨਾਨ ਜੀ ਆਪਣੀ ਸਪੀਚ ਦੇ ਅੰਤ ਵਿੱਚ ਇਹ ਗੱਲ ਦੱਸਦੇ ਹਨ ਕਿ ਯੂਨਾਈਟਿਡ ਨੇਸ਼ਨਸ ਜਿਹੜੀ ਹੈ ਉਹ ਇਸ ਦੇ ਵਿੱਚ ਬਹੁਤ ਵੱਡਾ ਰੋਲ ਨਿਭਾ ਰਹੀ ਹੈ ਅਤੇ ਨਿਭਾਏਗੀ ਵੀ। ਯੂਨਾਈਟਿਡ ਨੇਸ਼ਨਸ ਬਣੀ ਹੀ ਇਸ ਲਈ ਸੀ ਕਿ ਅਸੀਂ ਲੋਕ, ਸਾਰੇ ਲੋਕਾਂ ਦੇ ਭਲੇ ਲਈ ਇਹ ਬਣੀ ਸੀ ਔਰ ਸਾਨੂੰ ਇਸ ਨੂੰ ਸੁਣਨਾ ਚਾਹੀਦਾ ਹੈ। ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਪਹਿਲਾਂ ਅਸੀਂ ਜੋ ਕੁਛ ਵੀ ਕਰ ਲਿਆ ਉਹ ਘੱਟ ਹੈ, ਹਾਲੇ ਵੀ ਅਸੀਂ ਬਹੁਤ ਕੁਝ ਕੰਮ ਅੱਗੇ ਕਰਨੇ ਹਨ ਅਤੇ ਬਿਹਤਰ ਤਰੀਕੇ ਨਾਲ ਕਰਨੇ ਹਨ। The slides have been prepared by Arvind Kumar, lecturer in English, Government Girls Senior Secondary School, Saidowal, Gurdaspur, and vetted by Miss Anurag Sidhu, lecturer in English, Government Senior Secondary School, Ramgarh, Pudda, SAS Nagar. Dear students, note down all the main points in your notebooks. Have a very nice day. Thank you.